ਹੁਣ ਕੀ ਹੈ, ਕਿਸਾਨ ਵੀਰ ਨੇ ਘਰਾਂ ਦੇ ਵਿੱਚ ਹੈ ਜਾਂ ਬੋਰ ਕਰਾਉਣੇ ਆ, ਜੇ ਤੁਸੀਂ ਆਖੋ ਬੋਰ ਵਾਲਿਆਂ ਨੂੰ ਵੀ ਇੱਥੇ 20 ਫੁੱਟ ਪੱਟ ਕੇ, ਨਹੀਂ ਨਹੀਂ ਇੱਥੋਂ ਛੱਡ ਦੇ, ਉਹਦਾ 30 ਫੁੱਟ ਉੱਥੇ ਪੱਟ ਲਾ, ਨਹੀਂ ਨਹੀਂ ਇੱਥੋਂ ਕੱਢ, ਉਹ ਉੱਥੇ 40 ਫੁੱਟ ਪੱਟ ਲਾ। ਮੈਂ ਨਾ ਭਾਵੇਂ ਸਾਰਾ ਖੇਤ ਪੱਟ ਦਿਓ, ਤੁਹਾਡਾ ਪਾਣੀ ਨਿਕਲੂ। ਪਾਣੀ ਤਾਂ ਉੱਥੋਂ ਹੀ ਨਿਕਲਣਾ ਜਿੱਥੇ ਇੱਕ ਵਾਰੀ ਬੋਰ ਸ਼ੁਰੂ ਕਰਤਾ, ਚੱਲੀ ਗਿਆ ਚੱਲੀ ਗਿਆ ਚੱਲੀ ਗਿਆ, ਹੌਲੀ ਹੌਲੀ ਰੇਤਾ ਨਿਕਲਿਆ, ਫਿਰ ਥੋੜ੍ਹਾ ਜਿਹਾ ਪਾਣੀ ਗੰਧਲਾ ਜਿਹਾ ਨਿਕਲਦਾ, ਫਿਰ ਹੌਲੀ ਹੌਲੀ ਸਾਫ਼ ਪਾਣੀ ਨਿਕਲਦਾ, ਫਿਰ ਕਹਿੰਦਾ ਪਾਣੀ ਆ ਗਿਆ। ਇੱਕ ਸ਼ਬਦ ਉੱਤੇ ਜਿਹੜੀਆਂ ਇੱਥੇ ਹੀ ਸਾਰੇ ਅਭਿਆਸੀ ਬੈਠੇ ਆ, ਅੱਜ ਇਹਨਾਂ ਨੇ 5 ਸਾਲ ਬਾਬਾ ਜੀ ਨੇ ਕਿਹਾ ਸੀ ਆਪਾਂ ਅਭਿਆਸ ਕਰਨਾ ਹੈ, ਬਾਬਾ ਭੋਲਾ ਜੀ ਨੂੰ ਜਾਂ ਹੋਰ ਸਿੰਘਾਂ ਨੂੰ ਇੱਥੇ ਵਾਲਿਆਂ ਨੂੰ ਪੁੱਛੋ, ਪੂਰੇ 5 ਸਾਲ ਇੱਕ ਸ਼ਬਦ ਦਾ ਇੱਕ ਟੱਕ 5 ਸਾਲ ਅਭਿਆਸ ਕਰੋ, ਮਿੱਥ ਕੇ ਬਹਿ ਜਾਓ ਇੱਥੇ। ਇਹ 5 ਸਾਲ ਤਾਂ ਵੈਸੇ ਜ਼ਿਆਦਾ ਆ, ਮੈਂ ਕਹਿੰਦਾ ਹੋ ਸਕਦਾ 6 ਮਹੀਨੇ ਸਾਲ 'ਚ ਹੀ ਕੰਮ ਬਣ ਜਾਏ ਆਪਣਾ, ਕਿਉਂਕਿ ਬਾਬਾ ਜੀ ਨੇ ਤਾਂ ਵੱਡਾ ਕੰਮ ਕਰਨ ਕਰਕੇ ਬਹੁਤ ਹੀ ਮਿਹਨਤ ਕੀਤੀ ਹੈ, ਬਚਪਨ ਤੋਂ ਹੀ ਲੈ ਕੇ ਇਸ ਪਾਸੇ ਲੱਗੇ ਹੋਏ ਆ। ਜੇ ਤੁਸੀਂ ਚਲੋ ਮੇਰੀ ਗੱਲ ਮੰਨ ਲਓ, 5 ਸਾਲਾਂ ਦੇ ਵਿੱਚ ਥਿਰਕਰ ਬੈਸੋ ਹੀ ਲੈ ਲਓ, 5 ਸਾਲਾਂ ਵਿੱਚ ਇਹਨੂੰ 5 10 ਲੱਖ 20 ਲੱਖ ਕਰ ਦਿਓ, ਲੋਕ ਤੇ ਪ੍ਰਲੋਕ ਦੋਨੇ ਹੀ ਸਮਰ ਜਾਣੇ ਆ, ਤੇ ਨਾਲ ਤੁਹਾਨੂੰ ਇੱਥੇ ਪਦਾਰਥ ਦੀ ਕੋਈ ਕਮੀ ਨਹੀਂ, ਤੇ ਨਾ ਉੱਪਰ ਵੀ ਕੋਈ ਕਮੀ ਰਹਿਣੀ ਨਹੀਂ। ਤੁਹਾਨੂੰ ਲੋਕ ਕਹਿਣਗੇ ਆਓ ਸੰਤ ਜੀ, ਆਓ ਮਹਾਂਪੁਰਸ਼ੋ ਬੈਠੋ, ਆਓ ਗੁਰਸਿੱਖੋ, ਆਓ ਜੀ ਗੁਰਮੁਖੋ, ਕਿਉਂਕਿ ਥਿਰਕਰ ਬੈਸੋ ਵਿੱਚ ਕਪਾਟ ਵੀ ਖੁੱਲ੍ਹ ਜਾਂਦੇ ਆ, ਜੋਤ ਵੀ ਪ੍ਰਗਟ ਹੋ ਜਾਂਦੀ ਹੈ, ਪਦਾਰਥਾਂ ਦੀ ਵੀ ਕਮੀ ਨਹੀਂ ਰਹਿੰਦੀ, ਰਿੱਧੀਆਂ ਸਿੱਧੀਆਂ ਦੀ ਵੀ ਸਾਰੀ ਪ੍ਰਾਪਤੀ ਹੋ ਜਾਂਦੀ ਜੇ ਚਾਹੁੰਦੇ ਹੋ ਤਾਂ। ਇੱਕ ਸਿੰਘ ਸਾਡੇ ਨਾਲ ਹੁੰਦਾ ਸੀ, ਭਾਈ ਦਲਬੀਰ ਸਿੰਘ ਅਭਿਆਸੀ, ਸਾਰੇ ਜਾਣਦੇ ਉਹਨਾਂ ਨੂੰ, ਸੰਤਾਂ ਦੇ ਨਾਲ ਸੀ ਉਹ ਬਸ ਅਭਿਆਸ ਹੀ ਕਰਦਾ ਸੀ, ਸਰੋਵਰ ਦੇ ਕਿਨਾਰੇ ਬੈਠਾ ਹੀ ਰਹਿੰਦਾ ਹੁੰਦਾ ਸੀ, ਉਹ ਸਾਨੂੰ ਦੱਸਦਾ ਨਹੀਂ ਸੀ ਹੁੰਦਾ ਮੈਂ ਕੀ ਕਰਦਾ। ਕੱਲ੍ਹ ਵੀ ਕੋਈ ਮੈਨੂੰ ਅਭਿਆਸੀ ਮਿਲਿਆ, ਮੈਨੂੰ ਉਹਨੇ ਇਹੀ ਜਿਹੀ ਗੱਲ ਸੁਣਾਈ, ਮੈਂ ਬਸ ਚੁੱਪ ਕਰ, ਅੱਗੇ ਲੋਕ ਮੇਰੇ ਬਹੁਤ ਮਗਰ ਪੈਂਦੇ ਆ, ਤੂੰ ਬਸ ਕਰ, ਆਹ ਗੱਲ ਨਾ ਕਿਸੇ ਨੂੰ ਦੱਸਦੀ, ਕਿਤੇ ਪੰਗਾ ਪੈ ਜਾਊਗਾ ਆਪਾਂ ਨੂੰ। ਕਿ ਜਦੋਂ ਜਾਪ ਇੱਥੇ ਹੈ ਨਾ, ਦੇਖੋ ਆਹ ਜਾਪ ਹੈ ਨਾ, ਇਹਦੇ ਨਾਲੋਂ 100 ਗੁਣਾ ਵੱਧ ਆਹ ਕੰਠ ਵਾਲਾ ਜਾਪ ਚੱਲ ਪੈਂਦਾ। ਜੇ ਇੱਥੇ ਸ਼ਬਦ ਕਰੀਏ ਤਾਂ 100 ਗੁਣਾ, ਇੱਥੇ ਇੱਕ ਵਾਰ ਪੜ੍ਹਨਾ ਨਾ, ਇੱਥੇ 100 ਵਾਰੀ ਹੋ ਜਾਂਦਾ ਉਹ, ਅੱਗੇ ਚੱਲ ਕੇ ਇਹੀ ਸ਼ਬਦ ਫਿਰ ਹੋਰ 1000 ਗੁਣਾ ਵੱਧ ਜਾਂਦਾ। ਧੁੰਨੀ ਦੇ ਵਿੱਚ ਜਾ ਕੇ ਤਾਂ ਇੰਨਾ ਤੇਜ਼ ਹੋ ਜਾਂਦਾ ਵੀ ਫਿਰ ਗੱਪ ਵਾਲੀ ਗੱਲ ਹੋ ਜਾਂਦੀ। ਬਸ ਜਿਹੜਾ ਕਿ ਮੇਰਾ ਤਖੱਲਸ ਹੈ ਗੱਪੀ, ਵੀ ਇਹ ਗੱਪ ਮਾਰਦਾ। ਕੱਲ੍ਹ ਉਹਨਾਂ ਨੇ ਮੈਨੂੰ ਕਿਹਾ ਜੀ, ਅਭਿਆਸੀ ਸੀਗੇ, ਕਹਿੰਦੇ ਜਪਜੀ ਸਾਹਿਬ ਦੇ ਇੰਨੇ ਕੁ ਪਾਠ ਇੰਨੇ ਚਿਰ 'ਚ, ਮੈਂ ਕਿਹਾ ਚੁੱਪ ਕਰ ਜਾ, ਕਿਸੇ ਹੋਰ ਕੋਈ ਗੱਲ ਨਾ ਕਰਦੀ, ਲੋਕੀ ਤੇ ਇੱਕ ਜਪਜੀ ਸਾਹਿਬ ਮਸਾਂ ਪੜ੍ਹਦੇ ਆ। ਇਸ ਕਰਕੇ ਆਹ ਦੇਖੋ ਸਪੀਡ ਆ, ਇਹ ਪਹਿਲਾ ਗੇਅਰ ਲਾ ਲਓ ਬਈ, ਪਹਿਲੇ ਗੇਅਰ 'ਚ ਗੱਡੀ ਕਿੰਨੀ ਕੁ ਦੌੜਦੀ ਹੈ, ਦੂਜਾ, ਤੀਜਾ, ਚੌਥਾ, ਫਿਰ ਆਹ ਰੋਮਾਂ 'ਚ ਆ ਜਾਂਦਾ ਟੌਪ। ਇੱਕ ਵਾਰ ਵਾਹਿਗੁਰੂ ਕਹੋ, 3.5 ਕਰੋੜ ਵਾਰੀ ਰੋਮ ਸਾਰੇ ਕਹਿੰਦੇ ਆ ਵਾਹਿਗੁਰੂ। ਹੁਣ ਜਿਹਦੇ ਕੋਲ 3.5 ਕਰੋੜ ਰੁਪਈਏ ਦੀ FD ਹੈ, ਉਹਦਾ ਫੇਰ ਗਾਂਹ ਵਧਣਾ ਬਹੁਤ ਜ਼ਿਆਦਾ। ਇਸ ਕਰਕੇ ਇਹ ਜਿਹੜਾ ਅਭਿਆਸ ਹੁੰਦਾ, ਇਹਦੇ ਵਿੱਚ ਵਾਧਾ ਹੀ ਹੁੰਦਾ ਰਹਿੰਦਾ ਲਗਾਤਾਰ। ਉਹ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਸੀ ਨਾ ਬਗਦਾਦ ਵਾਲਾ ਪੀਰ, ਕਿ ਅਸੀਂ ਤੁਹਾਡੇ ਤਾਂ ਰੋੜੇ ਮਾਰਦੇ ਸੀ ਕਿ ਤੁਸੀਂ ਗੱਪ ਬਹੁਤ ਮਾਰੀ ਹੈ, ਝੂਠ ਬੋਲਦੇ ਹੋ ਤੁਸੀਂ। ਇਹ ਕੱਲਾ ਮੈਨੂੰ ਨਹੀਂ ਕਹਿੰਦੇ, ਉਹਨਾਂ ਨੂੰ ਵੀ ਕਹਿੰਦੇ ਸੀ। ਕਹਿੰਦੇ ਮੈਂ ਕੀ ਝੂਠ ਬੋਲਿਆ? ਕਹਿੰਦੇ ਕੁਰਾਨ ਸ਼ਰੀਫ 'ਚ ਮੁਹੰਮਦ ਜੀ ਨੇ ਲਿਖਿਆ 7 ਆਕਾਸ਼ 7 ਪਤਾਲ, ਤੁਸੀਂ ਕਹਿੰਦੇ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਇਹ ਝੂਠ ਨਹੀਂ ਤਾਂ ਹੋਰ ਕੀ ਹੈ? ਐਡਾ ਵੱਡਾ ਗੱਪ। ਮਹਾਰਾਜ ਜੀ ਕਹਿੰਦੇ ਦੇਖੋ ਮੁਹੰਮਦ ਜੀ ਆਪਣੀ ਜਗ੍ਹਾ ਠੀਕ ਹੈ, ਉਹਨਾਂ 7 ਦੇਖੇ 7 ਲਿਖੇ, ਮੈਂ ਲੱਖਾਂ ਦੇਖੇ ਮੈਂ ਲੱਖਾਂ ਲਿਖੇ, ਇਹ 'ਚ ਝੂਠ ਵਾਲੀ ਤਾਂ ਕੋਈ ਗੱਲ ਨਹੀਂ। ਕਹਿੰਦਾ ਮੇਰਾ ਮਨ ਤਾਂ ਮੰਨਦਾ ਨਹੀਂ ਇਸ ਗੱਲ ਨੂੰ। ਕਹਿੰਦੇ ਚੱਲ ਫਿਰ ਚੱਲੀਏ ਦਿਖਾ ਕੇ ਲਿਆਈਏ। ਕਹਿੰਦਾ ਮੈਂ ਤਾਂ ਹੁਣ ਬਿਰਧ ਸਰੀਰ ਹੋ ਗਿਆ, ਮੇਰੇ ਲੜਕੇ ਨੂੰ ਲੈ ਜਾਓ। ਮਹਾਰਾਜ ਜੀ ਕਹਿੰਦੇ ਕੋਈ ਨਾਲ ਕਚਕੌਲ ਜਿਹਾ ਇੱਕ ਬਾਟਾ ਜਿਹਾ ਲੈ ਲਓ, ਫਿਰ ਪ੍ਰਸ਼ਾਦ ਵੀ ਲੈ ਕੇ ਆਵਾਂਗੇ ਸੰਗਤਾਂ ਤੋਂ। ਅੱਖਾਂ ਬੰਦ ਕਰਾਈਆਂ, ਸਿਰਫ ਇੱਥੇ ਕਿੰਨੇ ਮਿੰਟ ਹੋਏ ਨੇ? 2 ਮਿੰਟ। ਉੱਧਰ ਕਿੰਨੇ ਹੀ ਸਾਲ ਲੰਘ ਗਏ। ਇਹਨੂੰ ਮਾਇਆ ਹੀ ਕਹਿੰਦੇ ਆ। ਖੰਡਾਂ ਬ੍ਰਹਿਮੰਡਾਂ ਦਾ ਗੇੜਾ ਲਵਾ ਕੇ ਉਹ ਕਹਿੰਦਾ ਮਹਾਰਾਜ
ਕਿੰਨੇ ਸਾਲ ਹੋ ਗਏ ਆਇਆਂ ਨੂੰ। ਹੁਣ ਤਾਂ ਪਿਤਾ ਜੀ ਵੀ ਵਿਚਾਰੇ ਬਜ਼ੁਰਗ ਸੀ, ਚੜ੍ਹਾਈ ਨਾ ਕਰ ਜਾਣ, ਚੱਲੀਏ। ਕਹਿੰਦੇ ਚਲੋ। ਜਦੋਂ ਪ੍ਰਗਟ ਹੋਏ ਤਾਂ ਉਹ ਬਾਟਾ ਭਰਿਆ ਸੀ ਪ੍ਰਸ਼ਾਦ ਦਾ। ਕਹਿੰਦੇ ਜਿੱਥੇ ਜਾਂਦੇ ਸੀ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਗੁਰੂ ਨਾਨਕ ਸਾਹਿਬ ਦੀ ਸੰਗਤ, ਕਹਿੰਦਾ ਇੰਨਾ ਇੰਨਾ ਪ੍ਰਸ਼ਾਦ ਹਰ ਥਾਂ ਤੋਂ ਲਿਆ ਪਿਤਾ ਜੀ, ਕੌਲ ਭਰ ਗਿਆ ਐਡਾ ਵੱਡਾ। ਇਹ 'ਚ ਕੀ ਗੱਪ ਹੈ? ਉਹਨਾਂ ਸੱਤ ਦੇਖੇ, ਉਹਨਾਂ ਸੱਤ ਲਿਖੇ। ਜਿਹਨੇ ਲੱਖਾਂ ਦੇਖੇ ਉਹਨਾਂ ਲੱਖਾਂ ਲਿਖੇ। ਜਦੋਂ ਗੁਰਬਾਣੀ ਦੇ ਨਾਲ ਅਵਸਥਾ ਬਣਦੀ ਹੈ, ਅਸਲ ਵਿੱਚ ਗੱਲ ਇਹ ਹੁੰਦੀ ਹੈ, ਜਿਹੜੀ ਸਾਧੂ ਸੰਤਾਂ ਦੀ ਅਵਸਥਾ ਹੈ, ਗੁਰਮੁਖਾਂ ਦੀ ਅਵਸਥਾ ਹੈ। ਮੈਨੂੰ ਕਈ ਮਹਾਤਮਾ ਨੇ 20 ਸਾਲ ਪਹਿਲਾਂ ਤੋਂ ਇਹ ਕਹਿਤਾ, ਸਟੇਜ 'ਤੇ ਨਾ ਸੁਣਾਇਆ ਕਰ ਗੱਲਾਂ। ਉਹ ਮੈਂ ਕਿਹਾ ਇਹਨਾਂ ਨੇ ਇਹ ਜਿਵੇਂ ਆਏ ਨਾ, ਕੋਰੇ ਦੇ ਕੋਰੇ ਹੀ ਚਲੇ ਜਾਣਾ। ਇਹਨਾਂ ਨੂੰ ਕੁਛ ਦੱਸੋ, ਜੇ ਹੋ ਸਕਦਾ 100 ਚੋਂ 20-30 ਤਾਂ ਲੰਘ ਹੀ ਜਾਣਗੇ। ਉਹ ਵੱਡੀਆਂ ਅਵਸਥਾ ਚਲੇ ਤਾਂ ਜਾਣ ਦਿਓ। ਮੈਂ ਉਹ ਨਾਲ ਪ੍ਰਮਾਣ ਦਿੱਤੇ ਨੇ। ਹੁਣ ਕਲਗੀਧਰ ਮਹਾਰਾਜ ਜੀ ਲਿਖਦੇ ਨੇ, ਆਤਮ ਰਸ ਜਿਹ ਜਾਨ ਨਹੀਂ, ਨੌ ਨਿੰਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਮਹਾਰਾਜ ਜੀ ਕਹਿੰਦੇ ਆਤਮ ਰਸ ਜੇ ਜਾਨ ਨਹੀਂ। ਹੁਣ ਦੇਖੋ ਇਹ ਸਰੀਰ ਹੈ, ਇਹ ਤੇ ਰਸ ਸਰੀਰ ਕੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਬਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਤਾਂ ਸਰੀਰ ਦੇ ਰਸ ਹੈ। ਅੱਖਾਂ ਦਾ ਰਸ ਵੱਖਰਾ ਹੈ, ਦੇਖਣਾ, ਕੰਨਾਂ ਦਾ ਸੁਣਨਾ ਹੈ, ਨੱਕ ਦੀ ਸੁਗੰਧੀ ਹੈ, ਜੀਭ ਦਾ ਰਸ ਵੱਖਰਾ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ ਵੱਖਰੇ ਨੇ। ਪਰ ਇਹਨਾਂ 'ਚੋਂ ਆਤਮਿਕ ਰਸ ਤਾਂ ਕੋਈ ਵੀ ਹੈ ਨਹੀਂ। ਆਤਮਾ ਤਾਂ ਅੰਦਰ ਹੈ। ਆਤਮਿਕ ਰਸ ਜਦੋਂ ਪ੍ਰਗਟ ਹੁੰਦਾ ਹੈ, ਜਦੋਂ ਕੋਈ ਵੀ ਅਭਿਆਸੀ ਆ ਕੇ ਕਹਿੰਦਾ ਮੇਰੇ ਇੱਥੇ ਐਂ ਹੁੰਦਾ ਐਂ ਹੁੰਦਾ, ਸਭ ਤੋਂ ਪਹਿਲਾ ਮੀਟਰ ਕੀ ਆ? ਉਹਨੂੰ ਪੁੱਛਿਆ ਮੂੰਹ 'ਚ ਮਿਠਾਸ ਆਉਂਦੀ ਹੈ? ਹਾਂ, ਮਿੱਠਾ ਤਾਂ ਬਹੁਤ ਆਉਂਦਾ, ਘੁੱਟਾਂ ਹੀ ਲੰਘਦੀਆਂ ਅੰਦਰ ਨੂੰ, ਬਸ ਇਹ ਮੀਟਰ ਆ ਉਹਦਾ। ਵੀ ਜਦੋਂ ਮੂੰਹ ਦੇ ਵਿੱਚ ਮਿਠਾਸ ਆਉਣ ਲੱਗ ਜੇ ਤਾਂ ਸਮਝ ਲਓ ਕੋਈ ਨਾ ਕੋਈ ਕਿਰਪਾ ਆਪਣੇ ਤੇ ਹੈ ਮਹਾਰਾਜ ਦੀ, ਔਰ ਅਵਸਥਾ ਬਣਨ ਲੱਗੀ ਹੈ। ਇਸ ਕਰਕੇ ਜਦੋਂ ਵੀ ਆਪਾਂ ਆਤਮਿਕ ਰਸ ਵਿੱਚ ਧਿਆਨ ਦਿੰਦੇ ਹਾਂ, ਆਤਮਿਕ ਰਸ ਜਿਹੜਾ ਹੈ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਮੰਨਣਾ ਚਾਹੀਦਾ ਆਪਾਂ ਨੂੰ। ਮੈਂ ਤਾਂ ਬੜਾ ਜ਼ੋਰ ਲਾਉਣਾ ਮਹਾਰਾਜ ਜੀ ਨੂੰ ਵੀ ਹੁਣ ਬੱਸ ਕਰੀਏ, ਇਹਨਾਂ ਨੂੰ ਸੁਣਾ ਕੇ ਤਾਂ ਥੱਕ ਗਏ ਹਾਂ ਅਸੀਂ। ਇਹ ਤਾਂ ਸੁਣਦੇ ਹੀ ਨਹੀਂ ਅੱਗਿਓਂ ਵੀ ਮੈਨੂੰ ਆਪਣਾ ਕਰਨ ਦਿਓ। ਜਿਹਨੂੰ ਪਤਾ ਵੀ ਐਂ ਹੋ ਜਾਂਦਾ ਸਾਡੇ ਲਈ ਸੌਖਾ। ਕਹਿੰਦੇ ਨਹੀਂ, ਆਪਣਾ ਕਰਕੇ ਤੇ ਫਿਰ ਤੁਸੀਂ ਉੱਥੇ ਸਮਾਧੀਆਂ ਲਾ ਕੇ ਬਹਿ ਜਾਣਾ। ਕਰਾਉਣਾ ਤਾਂ ਇਹਨਾਂ ਨੂੰ ਆ। ਇਹ ਜਿਹੜੇ ਬੈਠੇ ਨੇ, ਜਿਹੜੇ ਕਹਿੰਦੇ ਅਸੀਂ ਖਾਲਸੇ ਆ, ਇਹਨਾਂ ਨੂੰ ਕਰਾਉਣਾ ਆਪਾਂ ਨੇ। ਤੇ ਇਸ ਕਰਕੇ ਆਤਮ ਰਾਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਉਹਨੂੰ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ। ਇੱਥੇ ਆ ਗਿਆ ਨਾ, ਆਤਮਿਕ ਜੋਤ ਪ੍ਰਗਟ ਹੋ ਗਈ, ਮਿਹਨਤ ਕੀਤੀ, ਹੁਣ ਹੈ ਖਾਲਸਾ ਮੇਰਾ ਰੂਪ ਹੈ ਖਾਸ। ਖਾਲਸੇ ਮੈਂ ਉਹ ਕਰੋ ਨਿਵਾਸ ਕਿਵੇਂ? ਕਿਉਂਕਿ ਪ੍ਰਗਟ ਹੋ ਗਿਆ ਅੰਦਰੋਂ, ਆਪ ਹੀ ਅੰਦਰ ਪ੍ਰਗਟ ਹੋਏ ਬੈਠੇ ਨੇ। ਭਾਈ ਕਨ੍ਹਈਆ ਜੀ ਦੇ ਅੰਦਰ, ਭਾਈ ਨੰਦ ਲਾਲ ਜੀ ਕਹਿੰਦੇ ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਮੈਨੂੰ ਤਾਂ ਦੂਜਾ ਦਿਖਦਾ ਹੀ ਨਹੀਂ ਹੈ, ਤੁਸੀਂ ਹੀ ਨਜ਼ਰ ਆਉਂਦੇ ਹੋ ਸਾਰਿਆਂ ਦੇ ਵਿੱਚ। ਜਿੱਥੇ ਬਾਣੀ ਉੱਥੇ ਬਾਣਾ, ਦੋਨੇ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ। ਜੋਸ਼ ਅਤੇ ਹੋਸ਼, ਇਹਨਾਂ ਦੋਨਾਂ ਦਾ ਖਿਆਲ ਰੱਖਣਾ। ਕਈ ਵਾਰ ਹੁੰਦਾ ਇਕੱਲਾ ਹੀ ਜੋਸ਼ ਆ ਜਾਂਦਾ, ਬਸ ਇੱਥੇ ਜੋਸ਼ ਤੁਹਾਨੂੰ ਦਵਾ ਦਿੰਦੇ ਸਾਰਿਆਂ ਨੂੰ, ਉੱਥੇ ਜਾ ਕੇ ਲੜ ਪਓ ਕਿਸੇ ਨਾਲ, ਮੁੜ ਕੇ ਕਹੋ ਬਸ ਜੋਸ਼ 'ਚ ਸੁਣ ਕੇ ਆਏ ਸੀ ਅਤੇ ਸਿਰ 'ਚ ਮਾਰੀ ਕਿਰਪਾਨ, ਫਿਰ ਹੁਣ 20 ਸਾਲ ਹੀ ਹੋ ਗਈ ਮੈਨੂੰ, ਬੈਠਾ ਰਹਿ ਫਿਰ ਉੱਥੇ। ਇਹ ਜੋਸ਼ ਉਹ ਨਹੀਂ ਗਾ। ਜੋਸ਼ ਅਤੇ ਹੋਸ਼, ਹੋਸ਼ ਉਦੋਂ ਰਹੂਗੀ ਜਦੋਂ ਅੰਦਰ ਪ੍ਰਕਾਸ਼ ਹੋਊਗਾ। ਪ੍ਰਕਾਸ਼ ਵਾਲਾ ਖਾਲਸਾ ਬਣੋ, ਨਾ ਕਿ ਐਵੇਂ ਹੀ ਖਾਲਸਾ ਬਣ ਜਾਓ। ਜਦੋਂ ਪ੍ਰਕਾਸ਼ ਹੈ, ਮਹਾਂਪੁਰਖਾਂ ਦੇ ਲੈਕਚਰ ਵਿੱਚ ਬੜੀ ਜਾਨ ਸੀ। ਲੋਕ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਦਾ ਇੱਕੋ ਹੀ ਲੈਕਚਰ ਹੁੰਦਾ ਸੀ ਨਾ, ਉਹਦਾ ਲੈਕਚਰ ਹੀ ਲਿਖੇ ਹੋਏ ਵੀ ਲੈਕਚਰ ਦਿੱਤੇ ਉਹਨਾਂ ਨੇ, ਇਹਨਾਂ CD ਬਣਾਈ ਹੈ। ਵੈਸੇ ਤਾਂ ਉਹ ਇੱਕ ਤਰ੍ਹਾਂ ਦੀ ਕਥਾ ਹੀ ਸੀ। ਕਹਿੰਦੇ ਜਦੋਂ ਦਿੰਦੇ ਸੀ ਤਾਂ ਬੰਦੇ 'ਚ ਜਾਨ ਪਾ ਦਿੰਦੇ ਸੀ। ਉਹ ਜਾਨ ਪਾਉਂਦੇ ਸੀ, ਅੰਦਰ ਕੁਝ ਹੈਗਾ ਸੀ ਤਾਂ ਹੀ ਜਾਨ ਪਾਉਂਦੇ ਸੀ। ਉਹ ਤੁਸੀਂ ਕਰੀ ਜਾਓਗੇ ਲੈਕਚਰ, ਤੁਹਾਡੀ ਕੋਈ ਸੁਣਦਾ? ਅਗਲਾ ਕੋਈ ਜਬਲੀਆਂ ਮਾਰਦਾ। ਕੋਈ ਮਹਾਂਪੁਰਖ ਬੋਲਦਾ ਤਾਂ ਕਹਿਣਗੇ ਮਹਾਂਪੁਰਖਾਂ ਦੇ ਬਚਨ ਨੇ। ਇਸ ਕਰਕੇ ਪਹਿਲਾਂ ਆਪਣੇ ਅੰਦਰ
ਇੱਥੇ ਰਹਿ ਕੇ ਸਾਲ ਵਿੱਚ 2 ਮਹੀਨੇ ਬਾਬਾ ਜੀ ਕੋਲ ਲਾਇਆ ਕਰੋ ਕਿ ਬਾਬਾ ਜੀ ਚਲੋ ਬਹੁਤਾ ਨਹੀਂ ਤੇ 40 ਦਿਨ, ਸਵਾ ਮਹੀਨਾ, 2 ਮਹੀਨੇ ਕਿਸੇ ਸ਼ਬਦ ਦਾ ਅਭਿਆਸ ਹੀ ਕਰਾ ਦਿਓ ਮੈਨੂੰ, ਇੱਥੇ ਰਹਿ ਕੇ ਅਭਿਆਸ ਕਰੋ। ਕੱਲ ਮੇਰੇ ਕੋਲ 2 ਸਿੰਘ ਆਏ, ਕਹਿੰਦੇ ਅਸੀਂ ਪਹਿਲਾਂ ਦਾੜੀ ਕੇਸ ਮੁੰਨੇ ਸੀ, ਵੀ ਕਥਾ ਸੁਣ ਕੇ ਅੰਮ੍ਰਿਤ ਛਕਿਆ, ਬੜੀ ਸੋਹਣੀਆਂ ਸ੍ਰੀ ਸਾਹਿਬਾਂ ਵੱਡੀਆਂ ਫੜੀਆਂ, ਬੜੇ ਤਿਆਰ ਪ੍ਰਤਿਆਰ। ਕਹਿੰਦੇ ਗਿਆਨੀ ਜੀ ਕੀ ਇੱਛਾ? ਮੈਂ ਕੀ? ਕਹਿੰਦੇ ਅਸੀਂ ਹਜੂਰ ਸਾਹਿਬ ਜਾ ਕੇ ਸਾਲ ਬ੍ਰਹਮ ਕਵਚ ਕਰੀਏ। ਮੈਂ ਧੰਨ ਭਾਗ ਤੁਹਾਡੇ ਚਰਨਾਂ 'ਤੇ ਸਿਰ ਰੱਖਾਂ ਵੀ ਇਹੋ ਜਿਹਾ ਕੋਈ ਲੱਭਦਾ ਮਾਂ ਦਾ ਪੁੱਤ ਜਿਹੜਾ ਘਰ ਛੱਡ ਕੇ ਹਜੂਰ ਸਾਹਿਬ ਜਾ ਕੇ ਭਗਤੀ ਕਰੇ। ਹਜੂਰ ਸਾਹਿਬ ਹੈੱਡਕੁਆਟਰ ਆਪਣਾ, ਸਾਰੀਆਂ ਬਖਸ਼ਿਸ਼ਾਂ ਹਜੂਰ ਸਾਹਿਬ ਤੋਂ ਹੀ ਹੁੰਦੀਆਂ। ਮੇਰਾ ਵੀਰ ਮੰਨ ਕੇ ਮੇਰੀ ਗੱਲ ਜ਼ਰੂਰ ਹਜੂਰ ਸਾਹਿਬ ਮਹੀਨਾ, 2 ਮਹੀਨੇ, 3 ਮਹੀਨੇ ਉੱਥੇ ਬਹਿ ਕੇ ਬੰਦਗੀ ਕਰਕੇ ਆਇਆ ਕਰੋ, ਬਹੁਤ ਕਿਰਪਾ ਹੁੰਦੀ ਸੱਚੇ ਪਾਤਸ਼ਾਹ। ਹਜੂਰ ਸਾਹਿਬ, ਖਡੂਰ ਸਾਹਿਬ, ਖਡੂਰ ਸਾਹਿਬ, ਹਜੂਰ ਸਾਹਿਬ, ਮਹਾਰਾਜ ਨੇ ਵਰ ਵੀ ਦਿੱਤਾ, ਇੱਕੋ ਹੀ ਨੇ ਦੋਵੇਂ। ਇਸ ਕਰਕੇ ਸੰਗਤਾਂ ਸਾਰੀਆਂ ਜੇ ਕਿਤੇ ਵੀ ਨਹੀਂ ਤਾਂ ਬੜੀ ਸ਼ਾਂਤਮਈ ਜਗ੍ਹਾ ਹੈ, ਬਹੁਤ ਕਿਰਪਾ ਇੱਥੇ। ਔਰ 2 ਮਹੀਨੇ 4 ਇੱਥੇ ਬੈਠ ਕੇ ਬੰਦਗੀ ਕਰੋ, ਆਪਣੇ ਆਪ ਜੋਤ ਪ੍ਰਗਟ ਕਰੋ। ਜੋ ਗੁਰ ਗਾਹ ਕਹੈ ਸੋਈ ਭਲ ਮਾਨੂ, ਗੁਰਬਾਣੀ ਕਹੈ ਸੇਵਕ ਜਨ ਮਾਨੈ। ਜੇ ਮੰਨ ਲਓਗੇ, ਹੁਣ ਜਿਹੜਾ ਸਰੂਪ ਦੇਖਦੇ ਹੋ ਗੁਰੂ ਗ੍ਰੰਥ ਸਾਹਿਬ ਦਾ, ਇਸੇ ਸਰੂਪ ਵਿੱਚ ਕੀ ਆਊਗਾ? ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਨਾਨਕ ਸਾਹਿਬ ਬੈਠੇ ਦਿਖਣਗੇ। ਫਿਰ ਪ੍ਰਤੱਖ ਜੋਤ ਐ, ਚਾਰੇ ਪਾਸੇ ਪ੍ਰਕਾਸ਼ ਦਿਖੂਗਾ। ਜਿਨ੍ਹਾਂ ਨੂੰ ਦਿਖਿਆ ਉਹ ਮੈਨੂੰ ਕਹਿੰਦੇ ਉਹ ਦਿਖਿਆ, ਮੈਨੂੰ ਪ੍ਰਕਾਸ਼ ਦਿਖਿਆ। ਔਰ ਮਹਾਰਾਜ ਜੀ ਬੈਠੇ ਵੀ ਦਿਖੇ। ਜਿਹੜੇ ਸਰੂਪ ਦਾ ਫੁਰਨਾ ਕਰੋਗੇ, ਇਹਨੂੰ ਚਾਹੇ ਹੁਣ ਤੁਸੀਂ ਝੂਠ ਮੰਨੋ ਜਾਂ ਸੱਚ ਮੰਨੋ, ਮਿਹਨਤ ਕਰੋ, ਦੇਖੋ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼।